ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 35ਵਾਂ। बाल जुआनी और बिरध फुन तीन अवस्था जान, कहो नानक हर भजन बिन बिरथा सब ही मान। बाल जवानी और बिरध फुन तीन अवस्था जान, कहो नानक हर भजन बिन बिरथा सब ही मान। सतगुर समझाਉਂਦੇ ਆ ਨਵੇਂ ਪਾਤਸ਼ਾਹ, ਸਾਡਾ ਹਰੀ ਤੋਂ ਜੁੜੇ ਤੋਂ ਬਿਨਾਂ, ਹਰ ਦਰਸ਼ਨ ਤੋਂ ਬਿਨਾਂ ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਗੁਰਮਤਿ ਅਨੁਸਾਰ ਜੀਵ ਦਾ ਸੰਸਾਰ 'ਤੇ ਆਉਣਾ ਨਾਮ ਦੀ ਪ੍ਰਾਪਤੀ, ਆਤਮਾ ਦੀ ਗਤੀ। ਪਰ ਸਾਰੇ ਧਰਮ ਜਿੰਨੇ ਅਸੀਂ ਕਰਦੇ ਆਏ ਹਾਂ ਪਿੱਛੇ, ਸਰੀਰ ਕਰਕੇ, ਸਾਰੇ ਸਰੀਰ ਦੀਆਂ ਲੋੜਾਂ ਕਰਕੇ, ਹੱਠ ਯੋਗ, ਤਪ ਯੋਗ, ਘਰ ਛੱਡ ਕੇ ਚਲੇ ਜਾਣਾ, ਸਰੀਰ ਦੀਆਂ ਭਗਤੀਆਂ ਜਿਨ੍ਹਾਂ ਦੇ ਵਿੱਚੋਂ ਗਿਆਨ ਨਹੀਂ ਪੈਦਾ ਹੁੰਦਾ, ਹੰਕਾਰ ਪੈਦਾ ਹੁੰਦਾ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ, ਅਨਕ ਤਪੱਸਿਆ ਕਰੇ ਹੰਕਾਰ। ਹੰਕਾਰ ਪੈਦਾ ਹੋ ਜਾਂਦਾ ਉਹਨਾਂ ਦੇ ਵਿੱਚੋਂ। ਸੰਸਾਰੀ ਲੋਕ ਤਾਂ ਮੰਨਣ ਲੱਗ ਜਾਂਦੇ ਨੇ, ਪ੍ਰਭਾਵਿਤ ਹੋ ਜਾਂਦੇ ਨੇ, ਉਹ ਵਿਚਾਰੇ ਅਗਿਆਨੀ ਹੁੰਦੇ ਨੇ, ਉਹਨਾਂ ਨੂੰ ਇਹ ਅਵਸਥਾ ਦਾ ਪਤਾ ਹੀ ਨਹੀਂ ਹੁੰਦਾ ਤਪ ਕੀ ਹੈ, ਜਪ ਕੀ ਹੈ। ਉਹੀ ਤਾਂ ਸਾਨੂੰ ਗੁਰਬਾਣੀ ਸਮਝਾ ਰਹੀ ਹੈ, ਸਾਰੇ ਸੰਸਾਰ ਨੂੰ ਸਮਝਾ ਰਹੀ ਹੈ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਗੁਰੂ ਭਗਤ ਸਾਹਿਬਾਨਾਂ ਨੇ ਸੰਸਾਰ ਨੂੰ ਤਾਰਨ ਖਾਤਰ ਇਹ ਇੱਕ ਗਿਆਨ ਦਾ ਸਮੁੰਦਰ ਦਿੱਤਾ। ਸਾਰੀ ਜਗ੍ਹਾ ਜਾ ਕੇ ਉਹਨਾਂ ਨੂੰ ਚਾਰੇ ਕੋਨਾ ਸਮਝਾਇਆ। ਜਿਨ੍ਹਾਂ ਨੇ ਗੁਰੂ ਭਗਤ ਸਾਹਿਬਾਨਾਂ ਦੇ ਮਾਰਗ 'ਤੇ ਚੱਲਣਾ ਮੰਨਿਆ, ਉਹ ਪਾਰ ਚਲੇ ਗਏ। ਅੱਜ ਵੀ ਜਿਹੜੇ ਗੁਰਸਿੱਖ ਤੋਂ ਭਾਵ ਗੁਰੂ ਸ਼ਬਦ ਦੀ ਕਮਾਈ ਕਰਨਗੇ, ਗੁਰੂ ਸ਼ਬਦ ਦੀ ਕਮਾਈ ਤੋਂ ਬਾਅਦ ਉਹ 'ਚੋਂ ਗਿਆਨ ਪੈਦਾ ਹੋਊਗਾ, ਉਹ ਵੀ ਪਾਰ ਨਿਕਲ ਜਾਣਗੇ। ਆਪਦੀ ਮੱਤ ਨਾਲ ਤਾਂ ਅੱਜ ਤੱਕ ਕੋਈ ਨਹੀਂ ਨਿਕਲਿਆ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਸੱਚ ਦੇ ਗਿਆਨ ਤੋਂ ਬਿਨਾਂ ਭਾਈ ਮੁਕਤੀ ਨਹੀਂ ਹੈ। ਜਦੋਂ ਸਿੱਧਾਂ ਨੂੰ ਸਮਝਾਇਆ ਸਤਿਗੁਰਾਂ ਨੇ, ਉਦੋਂ ਵੀ ਬਹੁਤ ਬੜੇ ਬੜੇ ਭਰਮ ਸੀਗੇ। ਜੋਗੀ ਵਿਚਾਰੇ ਘਰ-ਬਾਰ ਛੱਡ ਕੇ ਆਪਦੇ ਭਗਤੀਆਂ ਕਰਦੇ ਸੀ ਸਰੀਰ ਕਰਕੇ। ਸਰੀਰ 'ਚੋਂ ਸੁਭਾਵਿਕ ਹੰਕਾਰ ਪੈਦਾ ਹੋ ਜਾਂਦਾ ਵਾ, ਪਰ ਗਿਆਨ ਤਾਂ ਪੈਦਾ ਨਹੀਂ ਹੁੰਦਾ। ਗਿਆਨ ਤਾਂ ਲੈਣ ਆਇਆ ਸੀ, ਆਇਆ ਸੁਣ ਪੰਡ ਕੋ ਬਾਣੀ, ਨਾਮ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਕਿਉਂ ਵਿਸਾਰਤਾ? ਗੁਰੂ ਨੂੰ ਉਪਦੇਸ਼ ਕਰਨ ਲੱਗ ਗਿਆ, ਗੁਰ ਉਪਦੇਸ਼ ਦੀ ਕਮਾਈ ਨਹੀਂ ਕੀਤੀ। ਬਾਣੀ ਨੂੰ ਸੱਤ ਕਰਕੇ ਨਹੀਂ ਮੰਨਿਆ। ਅਸੀਂ ਬਾਣੀ ਨੂੰ ਸੱਤ ਕਰਕੇ ਨਹੀਂ ਮੰਨਦੇ, ਤਾਈਓ ਸਾਨੂੰ ਫਿਰ ਇਹ ਜਿਹੜਾ ਦੁੱਖਾਂ ਦਾ ਸੰਤਾਪ ਝੱਲਣਾ ਪੈਂਦਾ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਜਿੰਨਾ ਕਾਲ ਦਾ ਸੰਤਾਪ, ਦੁੱਖ ਸੰਸਾਰ ਸਾਨੂੰ ਝੱਲਣੇ ਪੈਂਦੇ, ਜੰਮਣ ਮਰਨ ਸੰਸਾਰੀ ਦੁੱਖ ਸਾਰੇ ਨਾਮ ਤਤ ਤੋਂ ਬਿਨਾਂ ਹੈ। ਨਾਮ ਤਤ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰਾਂ ਦੇ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਉਹ ਨਿਰਾਕਾਰ, ਆਕਾਰ ਤੋਂ ਰਹਿਤ ਭਾਵ ਸਾਨੂੰ ਦੁਨੀਆ ਬਾਰੇ ਸਮਝਾਇਆ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਆਤਮਾ ਨੇ ਹੁਣ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ। ਬਾਣੀ ਹਰ ਦਰਸ਼ਨ ਹੈ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ। ਹੁਣ ਸਾਨੂੰ ਇਹ ਤਿੰਨੇ ਅਵਸਥਾ ਸਾਡੀਆਂ ਸਤਿਗੁਰ ਸਮਝਾ ਰਹੇ, ਅਸੀਂ ਚਲੀ ਜਾਂਦੀਆਂ, ਜਾਨੂੰ ਕਾਲ ਆ ਜਾਂਦਾ। ਫਿਰ ਇਹ ਜੀਵ ਹੱਥਾਂ ਜੋੜੀ ਕਰਦਾ ਹੈ, ਪਰ ਉਹਦਾ ਕੋਈ ਫਾਇਦਾ ਨਹੀਂ। ਰਾਮ ਸਿਮਰ ਮੂਹਰੇ ਪਛਤਾਏਗਾ। ਫਿਰ ਪਛਤਾਉਣਾ ਪੈਂਦਾ। ਭਗਤ ਕਬੀਰ ਜੀ ਸਮਝਾਉਂਦੇ ਨੇ ਵੀ ਜਦੋਂ ਜਾਂਦਾ ਹੈ, ਹੱਥਾਂ ਜੋੜੀ ਤਾਂ ਬਹੁਤ ਕਰਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੇ, ਜਾਗਦਾ ਹੈ ਜਬ ਜਮ ਕਾ ਡੰਡ ਮੂਡ ਮੈਂ ਲਾ ਕੇ। ਉਹ ਜਾਗੇ ਦਾ ਕੀ ਫਾਇਦਾ ਹੋਇਆ ਭਾਈ? ਗੁਰਮਤਿ ਅਨੁਸਾਰ ਸਾਰਾ ਸੰਸਾਰ ਭਰਮ ਦੇ ਵਿੱਚ ਸੁੱਤਾ ਪਿਆ। ਜਿਹੜਾ ਕੰਮ ਕਰਨ ਆਇਆ ਭਾਵ ਉੱਧਰੋਂ ਸੁੱਤਾ ਪਿਆ ਵਾ। ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਇਹ ਦੇਹੀ ਮਿਲੀ ਹੈ, ਨਾਮ ਨਹੀਂ ਭੁੱਖ ਲੈਣੀ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾਂ ਲੱਖ ਹੋਏ ਤੇ ਇੱਕ ਨਾ ਚੱਲੇ। ਸਤਿਗੁਰ ਸਮਝਾਉਂਦੇ ਨੇ ਜਪਜੀ ਸਾਹਿਬ ਵੀ, ਸੰਸਾਰੀ ਇਹਨੂੰ ਕਿੱਡਾ ਵੱਡਾ ਵੀ ਰਾਜਾ ਬਣਾ ਦਈਏ, ਚਾਰੇ ਪੁਰੀਆਂ ਦਾ ਮਾਲਕ ਬਣਾ ਦਈਏ, ਕਿਉਂਕਿ ਉਹ ਭੁੱਖੇ ਨਹੀਂ ਹੈਗੀ। ਇਹਦੀ ਉਹ ਲੋੜ ਹੈ, ਸਰੀਰ ਦੀ ਲੋੜ ਨੂੰ ਅਸੀਂ ਭੁੱਖ ਸਮਝ ਬੈਠੇ। ਬਸ ਉਹ ਚਿੰਤਾ ਵੱਧਦੀਆਂ ਚਲੀ ਗਈਆਂ, ਹੰਕਾਰ ਦਾ ਪਤਾ ਹੀ ਨਹੀਂ ਲੱਗਿਆ। ਜਨ ਸਮਾਂ ਆ ਗਿਆ। ਹਉਮੈ ਬੂਝੇ ਤਾਂ ਦਰ ਸੂਝੇ, ਹੰਕਾਰ ਜਾਵੇ ਤਾਂ ਸਮਝ ਆਵੇ। ਚਿੰਤਾ ਜਾਏ ਮਿਟੇ ਹੰਕਾਰ। ਇਹ ਚਿੰਤਾ ਸਾਨੂੰ ਜੋੜ ਨਹੀਂ ਦਿੰਦੀ। ਹੁਣ ਚਿੰਤਾ ਕਿਵੇਂ ਜਾਵੇ? ਬਾਣੀ ਚਿੰਤਾ ਮੁਕਤ ਹੈ। ਚਿੰਤਾ ਤਾਂ ਦੂਰ ਕਰਦੀ ਆ ਬਾਣੀ।
ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਸਤਿਗੁਰਾਂ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਮਨਾ। ਉੱਡੇ ਉਡਾਵੇ ਸੈ ਕੋਸ਼ਾਂ, ਤਿਸ ਪਾਸੇ ਬਚਰੇ ਸਰਿਆ ਤਿਨ ਕਵਣ ਖਲਾਵੇ, ਕਵਣ ਸੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰ ਤੋਂ ਭਾਵ ਸੋਝੀ ਹੈਗੀ ਮਨਾਂ ਤੈਨੂੰ, ਕੁੰਜਾਂ ਐਡੀ ਦੂਰ ਆ ਜਾਂਦੀਆਂ ਨੇ, ਉਹਨਾਂ ਨੂੰ ਕੌਣ ਪਾਲਦਾ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ ਜੀਵ। ਜਦ ਜੁਗ ਤੋਂ ਭਾਵ ਸਮਾਂ ਸ੍ਰਿਸ਼ਟੀ ਸਾਜੀ ਹੈ, ਕੁਦਰਤ ਦੇ ਹੀ ਰਹੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਵੀ, ਅਗਨਤ ਭਰੇ ਭੰਡਾਰ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਜੀ ਬਾਣੀ ਨੂੰ ਸੱਤ ਕਰਕੇ ਮੰਨਾਂਗੇ ਫੇਰ ਹੀ ਮਨ ਥਿਰ ਹੋਊਗਾ। ਜੇ ਸੁਣਾਂਗੇ ਫਿਰ ਇਹ 'ਚੋਂ ਗਿਆਨ ਪੈਦਾ ਹੋਊਗਾ। ਉਹ ਗਿਆਨ ਨਾ ਮਨ ਟਿਕਣਾ, ਗਿਆਨ ਕਾ ਵੱਧਾ ਮਨ ਰਹੇ। ਗੁਰ ਬਿਨ ਗਿਆਨ ਨਾ ਹੋਏ, ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ। ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ, ਗਿਆਨ ਤੋਂ ਬਿਨਾਂ ਧਿਆਨ ਨਹੀਂ ਲੱਗਣਾ। ਗਿਆਨ ਹੀ ਧਿਆਨ ਹੈ। ਜੇ ਸਾਨੂੰ ਇਹ ਗੁਰ ਸ਼ਬਦ ਦਾ ਗਿਆਨ ਹੋ ਗਿਆ ਫੇਰ ਹੀ ਪਰਲੋਕ ਨਾਲ ਧਿਆਨ ਲੱਗੂਗਾ। ਪਰਲੋਕ ਕੀ ਹੈ? ਧਿਆਨ। ਉੱਥੇ ਕਿਹੜਾ ਕੋਈ ਸਰੀਰ ਹੈ, ਜੋਤ ਹੈ ਉੱਥੇ ਤਾਂ। ਨਾਨਕ ਵੱਧਾ ਘਰ ਤਹਾਂ, ਜਹਾਂ ਮਿਰਤ ਨ ਜਨਮ ਜਰਾ। ਇਹ ਤਾਂ ਸਾਰਾ ਇੱਥੇ ਹੀ ਰਹਿ ਜਾਂਦਾ। ਇਹ ਮ੍ਰਿਤ ਲੋਕ ਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਲਿਖਾ ਕੇ ਆਏ ਹੈ, ਭੁੱਲ ਗਿਆ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ, ਮਰਨਾ ਚੀਤ ਨਾ ਆਏ। ਅਨੇਕਾਂ ਉਪਦੇਸ਼ ਨੇ ਬਾਣੀ ਦੇ ਆਪਾਂ ਨੂੰ। ਇਹਨੂੰ ਸੁਣਾਂਗੇ, ਇਹ 'ਚੋਂ ਵਿਚਾਰਾਂਗੇ, ਇਹ 'ਚੋਂ ਗਿਆਨ ਪੈਦਾ ਹੋਊ, ਫਿਰ ਮਨ ਨੇ ਟਿਕਣਾ। ਨਹੀਂ ਮਨ ਨਹੀਂ ਟਿਕਦਾ ਹੈਗਾ। ਆਪਦੀ ਮਤ ਨਾਲ ਤਾਂ ਮਨ ਨੇ ਹੰਕਾਰ ਹੀ ਪੈਦਾ ਕੀਤਾ। ਜਿੰਨੀਆਂ ਮਾਨਵ ਵਿਧੀਆਂ ਨੇ ਸਾਰੀਆਂ ਫਾਸਣ ਦੀ ਵਿਧੀਆਂ ਨੇ। ਪਿੱਛੇ ਜੋ ਪ੍ਰਚਲਿਤ ਮੱਤਾ ਅਸੀਂ ਕਰਦੇ ਆਏ ਹਾਂ, ਧਰਮ ਕਰਮ ਸਰੀਰ ਕਰਕੇ ਹੀ ਕਰਦੇ ਆਏ ਹਾਂ। ਇਹ ਆਤਮ ਕਰਮ ਹੈ। ਆਤਮ ਗਿਆਨ ਹੋਣਾ ਹੈ, ਬ੍ਰਹਮ ਗਿਆਨ ਹੋਣਾ ਹੈ। ਇਹਨੇ ਬ੍ਰਹਮ 'ਚ ਲੀਨ ਹੋਣਾ ਹੈ। ਇਹਦੀ ਗਤੀ ਹੋਣੀ ਹੈ। ਸਰੀਰ ਦੀ ਗਤੀ ਕਰੀ ਜਾਂਦੇ ਹਾਂ। ਜਿੰਨੇ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਉਹਦੇ ਸਾਰੇ ਅਸੀਂ ਉਲਟ ਕਰ ਰਹੇ ਹਾਂ। ਦੇਖ ਹੀ ਰਹੇ ਹਾਂ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਗੁਰਬਾਣੀ ਨੂੰ ਵਿਚਾਰੀਏ। ਇਹ 'ਚੋਂ ਗਿਆਨ ਪੈਦਾ ਹੋਊ ਜਿਹਦੇ ਨਾਲ ਸਾਡਾ ਮਨ ਟਿਕੂਗਾ। ਮਨ ਟਿਕਣ ਤੋਂ ਬਾਅਦ ਸਾਰੀ ਇਹ ਖੇਲ ਸਮਝ ਆਉਣੀ ਆ। ਜਿਹੜਾ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣੇ, ਫਿਰ ਸਾਨੂੰ ਸਮਝ ਆਉਣੀ ਹੈ ਵੀ ਸਾਡਾ ਜਿਹੜਾ ਸੰਸਾਰ 'ਤੇ ਆਉਣਾ ਕੀ ਕਾਰਨ ਹੈ। ਹਰ ਦਰਸ਼ਨ ਕਰਨਾ ਹੈ। ਬਾਣੀ ਹਰ ਦਰਸ਼ਨ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣ ਦਰ ਦੁੱਖ ਲੱਥਾ। ਹਰ ਕਥਾ ਇਹ ਭਗਤ ਕਬੀਰ ਜੀ ਸਮਝਾਉਂਦੇ ਨੇ। ਮੋਹਿ ਮਰਨੇ ਕਾ ਚਾਉ ਹੈ, ਮरूँ तो हर के द्वारे। कैसा मरना है? ਇੱਛਾ ਦਾ ਹੀ ਮਾਰਨਾ। ਮਨ ਕੀ ਹੈ? ਇੱਛਾ ਰੂਪ ਹੈ। ਇੱਥੋਂ ਹੀ ਪੈਦਾ ਹੋਇਆ, ਇੱਥੇ ਹੀ ਰਹਿ ਜਾਣਾ ਹੈ। ਬੁੱਧੀ ਨੇ ਆਪਦਾ ਰਾਮ, ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਣਾ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਗੁਰਬਾਣੀ ਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਹਰੀ ਨਾਲ ਜੁੜੀਏ। ਸਤਿਗੁਰ ਸਮਝਾ ਰਹੇ ਨੇ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜਿੰਨੇ ਵੀ ਅਸੀਂ ਧਰਮ ਕਰਮ ਕਰਦੇ ਹਾਂ ਸਾਡੇ ਸਾਰੇ ਬਿਰਥੇ ਚਲੇ ਜਾਂਦੇ ਆ ਹਰੀ ਦੇ ਦਰਸ਼ਨ ਤੋਂ ਬਿਨਾਂ। ਬਾਣੀ ਹਰ ਦਰਸ਼ਨ ਹੈ। ਹਰ ਦਰਸ਼ਨ ਕਿਹਨੂੰ ਹੋਣਾ? ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਸਾਡੀ ਬੁੱਧੀ ਦਾ ਵਿਸ਼ਾ ਨਹੀਂ। ਇਹ ਬੁੱਧੀ ਨੂੰ ਦਰਸ਼ਨ ਹੋਣਾ। ਆਤਮਾ ਨੇ ਪ੍ਰਾਤਮਾ ਦਰਸ਼ਨ ਕਰਨਾ ਹੈ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਇਹ ਦੁਵਿਧਾ ਸੰਸਾਰ, ਇਹ ਤੋਂ ਜੀਵ ਛੁੱਟ ਜਾਂਦਾ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਬਾਣੀ ਇਹਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ। ਆਓ ਜੇ ਕਿਸੇ ਨੇ ਸੁੱਖ ਸਾਗਰ ਜਾਣਾ, ਗੁਰੂ ਦੇ ਚਰਨਾਂ 'ਚ ਪਹੁੰਚਣਾ, ਆਓ ਆਪਾਂ ਸਾਰੇ ਨੂੰ ਮਿਲ ਕੇ ਵਿਚਾਰੀਏ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਆਸਾ 12 ਬਰਸ ਬਾਲਪਨ ਬੀਤੇ, 20 ਬਰਸ ਕਸ ਤਪ ਨ ਕੀਓ, 30 ਬਰਸ ਕਸ ਦੇਵ ਨ ਪੂਜਾ, ਫਿਰ ਪਛਤਾਨਾ ਵਿਰਦ ਪਿਓ। ਧਰਮ ਦੀ ਦੁਨੀਆ ਦੇ ਵਿੱਚ ਤਾਂ ਭਾਈ ਆਹ ਕਰਨਾ ਪੈਂਦਾ ਵਾ। ਜੇ ਕਿਸੇ ਨੇ ਵੀ ਆਪਣਾ ਘਰ ਪਰਿਵਾਰ ਸੁੱਖ ਕੱਟਣਾ ਵਾ ਇਹ ਸੰਸਾਰ ਦੇ ਵਿੱਚ ਵੀ, ਔਰ ਪਰਲੋਕ ਪਹੁੰਚਣਾ ਵਾ, ਉਹਨਾਂ ਨੂੰ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪਊਗਾ। ਭਗਤ ਜੀ ਸਮਝਾਉਂਦੇ ਨੇ 12 ਬਰਸ, ਬੱਚੇ ਨੂੰ 12 ਬਰਸ ਤੱਕ ਬਾਲਪਨ ਕੁਦਰਤ ਕੰਨਿਓ ਮਾਫੀ ਹੈ। 12 ਸਾਲ ਤੋਂ ਬਾਅਦ ਫਿਰ ਇਹਨੂੰ ਜਿਹੜਾ ਹੈਗਾ ਧਰਮ ਦੀ ਦੁਨੀਆ ਵਿੱਚ ਲਿਆਉਣਾ ਵਾ। ਉਹੀ ਪਰਿਵਾਰ ਲਿਆਉਣਗੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ, ਜਿਨ੍ਹਾਂ ਨੂੰ ਕੁਛ ਸਮਝ ਹੈ। ਤਈਓ ਸਾਡਾ ਜੀਵਨ ਇਹ ਸੁੰਦਰ ਹੋਣਾ। ਜੇ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਅਸੀਂ, ਫਿਰ ਇਹ ਸਾਨੂੰ ਸਮਝ ਆਉਣੀ ਹੈ। ਫਿਰ 20 ਵਰਸ ਤੱਕ ਤਪ ਦਾ ਭਾਵ ਹੈ ਮਨ ਨੂੰ ਘੂਰ ਕੇ ਰੱਖਣਾ, ਮਨ ਨੂੰ ਗਿਆਨਵਾਨ ਬਣਾਉਣਾ। ਜਦੋਂ 20 ਵਰਸ ਤੱਕ ਮਨ ਨੂੰ ਸਮਝ ਆ ਜਾਂਦੀ ਹੈ ਜਿਹੜਾ ਉਹਦੇ ਵਿਚਾਰਲਾ ਪੀੜ ਹੈ ਸਾਡਾ, ਜਿਹੜਾ ਖਤਰਨਾਕ ਹੈ, ਜਿੱਥੋਂ ਆਤਮਾ ਭਟਕਦੀ ਹੈ, ਸੰਸਾਰ ਨਾਲ ਜੁੜ ਜਾਂਦੀ ਹੈ, ਉਹਦਾ ਜੀਵਨ ਖਰਾਬ ਕਰ ਲੈਂਦੀ ਹੈ। ਮਾਇਆ ਦੇ ਵਿੱਚ ਲੱਗ ਕੇ ਉਹ ਬੱਚਿਆਂ ਦੇ ਜੀਵਨ ਫਿਰ ਸੁੰਦਰ ਹੋ ਜਾਂਦੇ ਨੇ, ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਗਿਆਨ ਨਾਲ ਹੀ ਇਹ ਜੀਵਨ ਸੁੰਦਰ ਹੁੰਦਾ ਵਾ।
ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰ ਸਮਝਾਉਂਦੇ ਨੇ ਆਸਾ ਦੀ ਵਾਰ ਪਹਿਲੀ ਪੌੜੀ, ਇਹ ਗੁਰਸ਼ਬਦ ਦਾ ਗਿਆਨ ਐਸਾ ਹੈ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਕੋਈ ਵੀ ਗੁਰਸਿੱਖ ਸੰਗਤ ਗੁਰਸ਼ਬਦ ਦੀ ਕਮਾਈ ਕਰੂਗੀ, ਉਹਦੀ ਕਿਰਪਾ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਇਹੀ ਤਪ ਹੈ, ਇਹਨੂੰ ਮਨ ਨੂੰ ਘੂਰ ਕੇ ਰੱਖਣਾ, ਜਪ ਤੋਂ ਭਾਵ ਸਮਝਦੇ ਰਹਿਣਾ। 12 ਤੋਂ 20 ਸਾਲ ਤੱਕ ਮਨ ਨੂੰ ਘੂਰ ਕੇ ਰੱਖਣਾ, ਮਨ ਨੂੰ ਸਮਝਾਉਣਾ। ਕਿਹਨੇ? ਜਿਹੜੇ ਗੁਰਸਿੱਖ ਪਰਿਵਾਰ ਨੇ, ਜਿਹੜੇ ਆਪਦੇ ਆਪ ਨੂੰ ਧਾਰਮਿਕ ਮੰਨਦੇ ਨੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਉਹ ਘਰਾਂ ਦੇ ਵਿੱਚ ਫਿਰ ਕਿਵੇਂ ਦੁੱਖ ਆਊਗਾ? ਦੁੱਖ ਪਰ ਹਰ ਸੁੱਖ ਕਰ ਲਾ ਜਾਏ। ਬਾਣੀ ਤਾਂ ਜਿਉਂਦੇ ਹੀ ਹੈ, ਸਰੀਰ 'ਚ ਰਹਿੰਦੇ, ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁੱਖ ਸਾਗਰ 'ਚ ਲੈ ਜਾਂਦੀ ਹੈ। ਸੁਣੀਏ ਦੁੱਖ ਪਾਪ ਕਾ ਨਾਸ਼, ਜਿਹੜੇ ਇਹਨੂੰ ਸੁਣ ਲੈਂਦੇ ਨੇ, ਵਿਚਾਰ ਲੈਂਦੇ, ਦੁੱਖ ਪਾਪਾਂ ਤੋਂ ਉਹਦਾ ਛੁਟਕਾਰਾ ਹੋ ਜਾਂਦਾ। ਉਹੀ ਭਗਤ ਜੀ ਸਮਝਾ ਰਹੇ ਨੇ। 12 ਵਰਸ ਬਾਲਪਨ ਪੀਤੇ, 20 ਵਰਸ ਕਛ ਤਪ ਨਾ ਕੀਓ। 20 ਵਰਸ ਜੇ ਅਸੀਂ ਇਹ ਕਮਾਈ ਨਾ ਕੀਤੀ, ਆਪਦੇ ਪਰਿਵਾਰ, ਕਿਹੜੇ ਪਰਿਵਾਰ? ਜਿਹੜੇ ਗੁਰਸਿੱਖ ਗੁਰਸ਼ਬਦ ਕੰਨੀ, ਗੁਰਬਾਣੀ ਕੰਨੀ, ਗੁਰਬਾਣੀ ਨੂੰ ਸੱਤ ਕਰਕੇ ਜਿਹੜੇ ਮੰਨਦੇ ਨੇ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਆਪ ਜਪੇ ਅਵਰੇ ਨਾਮ ਜਪਾਵੇ, ਉਹੀ ਤਾਂ ਪਰਿਵਾਰ ਹੈ। ਸਰੀਰ ਕਰਕੇ ਜਿਹੜੇ ਸਾਡੇ ਰਿਸ਼ਤੇ, ਉਹ ਤਾਂ ਕੁਦਰਤ ਨੇ ਬਣਾਏ ਹੀ ਨੇ, ਮਾਇਆ ਦੇ। ਇਹ ਆਤਮਿਕ ਰਿਸ਼ਤੇ ਨੇ। ਆਤਮਿਕ ਰਿਸ਼ਤੇ ਤਾਂ ਉਹੀ ਨੇ ਫਿਰ। ਮਿੱਤਰ ਸਹੀ ਹੈ ਸਾਡੇ ਜੋ ਹਰ ਜਸ ਕਰਨ, ਸਤਿਗੁਰ ਸਮਝਾਉਂਦੇ ਪੰਚਮ ਪਾਤਸ਼ਾਹ। 20 ਵਰਸ ਤੱਕ ਫਿਰ ਜਿਹੜਾ ਹੈਗਾ ਹੈ ਮਨ ਆਪਦੀ ਜਿਹੜਾ ਹੈਗਾ ਉਹ ਧਾਰਮਿਕ ਅਵਸਥਾ 'ਤੇ ਆਉਂਦਾ ਹੈ। ਜਿਹੜਾ 20 ਵਰਸ ਤੱਕ ਜਿਹੜਾ ਇਹਦਾ ਵਿਚਾਰਲਾ ਪੀੜ ਖਤਰਨਾਕ ਹੁੰਦਾ ਵਾ, ਉਹ 'ਚੋਂ ਇਹਦਾ ਜੀਵਨ ਬਚ ਜਾਂਦਾ ਹੈ। ਗੁਰਕਿਰਪਾ ਜਿਹੜੀ ਇਹ ਲੈਂਦੇ ਨੇ, ਗੁਰਕਿਰਪਾ ਤੋਂ ਭਾਵ ਗੁਰਸ਼ਬਦ ਦਾ ਗਿਆਨ, ਗੁਰੂ ਭਗਤਾਂ ਦੀ ਰਹਿਮਤ ਲੈਂਦੇ ਨੇ, ਉਹ ਬਚ ਜਾਂਦੇ ਨੇ। ਉਦੋਂ ਬਾਅਦ ਫਿਰ 20 ਵਰਸ ਤੋਂ ਬਾਅਦ ਕੀ ਸਮਝਾਉਂਦੇ ਨੇ ਭਗਤ ਕਬੀਰ ਜੀ? 12 ਵਰਸ ਬਾਲਪਨ ਪੀਤੇ, 20 ਵਰਸ ਕਛ ਤਪ ਨਾ ਕੀਓ, 30 ਵਰਸ ਕਛ ਦੇਵ ਨਾ ਪੂਜਾ। ਫਿਰ ਉਹ ਗਿਆਨ ਤੋਂ ਬਾਅਦ ਜਿਹੜੀ ਸਾਡੀ ਮਨ ਬੁੱਧੀ ਨੇ, ਫਿਰ ਅੰਤਰਦੇਵ ਨਾ ਜਾਣੇ ਅੰਦ, ਜਿਹੜਾ ਅੰਤਰਦੇਵ ਅੰਤਰਾਤਮਾ ਦੀ ਆਵਾਜ਼, ਜਿਹਨੂੰ ਬਾਣੀ ਵਿੱਚ ਘਟ ਘਟ ਮੈਂ ਹਰਜੂ ਬਸੇ ਸੰਤਨ ਕਿਹੋ ਪੁਕਾਰ, ਅੰਤਰ ਤੇਰੇ ਹਰ ਬਸੇ ਹਰ ਬਿਸਰਤ ਸਦਾ ਖੁਵਾਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਉਹੀ ਸਤਿਗੁਰ ਨੇ ਸਮਝਾਇਆ ਆਪਾਂ ਨੂੰ। ਹਰ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਂ। ਫਿਰ ਉਹ ਦੇਵ ਦਾ, ਉਹ ਆਤਮਾ ਹਰ ਦਰਸ਼ਨ ਕਰਦੀ ਹੈ, ਉਹਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਹੈ। ਉਹਨੂੰ ਕਾਲ ਸੂਹ ਨਹੀਂ ਸਕਦਾ। ਉਹੀ ਗੁਰੂ ਕੇ ਪਿਆਰੇ ਹੁੰਦੇ ਨੇ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਜਿਹੜੇ ਇਹ ਨਹੀਂ ਕਰਦੇ, ਫਿਰ ਉਹਨਾਂ ਨੂੰ ਪਛਤਾਉਣਾ ਪੈਂਦਾ। ਉਹੀ ਤਾਂ ਸਤਿਗੁਰ ਸਮਝਾਉਂਦੇ ਨੇ। 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਿਓਜਾ ਨੂੰ ਸਮਾਂ ਆ ਜਾਂਦਾ। ਉਹੀ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ। ਸਾਡਾ ਸੰਸਾਰ 'ਤੇ ਆਉਣਾ ਫਿਰ ਨਿਸਫਲ ਹੋਣਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਜਿਹੜਾ ਸਾਡਾ ਬੁੱਧ ਬਲ ਨਿਰਮਲ ਬੁੱਧੀ ਸੀ, ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਉਹ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲਦੇ, ਨਹੀਂ ਸਮਝਦੇ, ਗੁਰਸ਼ਬਦ ਦਾ ਗਿਆਨ ਨਹੀਂ ਲੈਂਦੇ, ਉਹਨਾਂ ਦਾ ਸਰੀਰ ਦਾ ਬਲ ਜੋ ਬੁੱਧੀ ਲੈ ਕੇ ਆਇਆ ਸਾਰੀ ਇੱਥੇ ਖਰਚ ਕਰਕੇ ਔਗਣ ਇਕੱਠੇ ਕਰਕੇ ਲੈ ਜਾਂਦੇ ਨੇ। ਸਰੀਰ ਦਾ ਬਲ ਵੀ ਜਾਂਦਾ ਰਹਿੰਦਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋ ਭੁਜੰਗ ਬਲਿਓ। ਮੇਰਾ ਮੇਰਾ ਕਰਦਾ ਹੈ, ਸਾਰਾ ਜੀਵਨ ਐਵੇਂ ਖਰਾਬ ਕਰ ਲੈਂਦਾ। ਮੇਰਿਓ ਮੇਰਿਓ ਕਹਿਤ ਹਿਤ ਸੋ ਵਧਾਇਓ ਚੀਤ, ਅੰਤ ਕਾਲ ਕੋ ਸੰਗੀ ਨਹੀਂ। ਇਹ ਚਰਜ ਰੀਤ ਜਾਣਦਾ ਵੀ ਆ, ਫਿਰ ਮੇਰੀ ਮੇਰੀ ਕਰਕੇ ਸਾਰਾ ਜੀਵਨ ਐਵੇਂ ਕੱਟ ਲੈਂਦਾ ਰਹਾਓ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਸੁੱਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਬਾਰ ਕਰੇ, ਆਇਓ ਚੋਰ ਤੁਰੰਤੇ ਲੈ ਗਇਓ, ਮੇਰੀ ਰਾਖਤ ਮੁਗਦ ਫਿਰੇ। ਸਤਿਗੁਰਾਂ ਦੇ ਵਚਨ ਲਈਏ ਆਪਾਂ, ਫਿਰ ਥੋੜ੍ਹਾ ਆਪਾਂ ਨੂੰ ਸਮਝਣ ਨੂੰ ਸਿਖਾਲਾ ਹੋਊਗਾ। ਜੋ ਸੰਪਤ ਆਪਣੀ ਕਰਮਾਨੀ, ਸਿਨਮੇ ਪਈ ਪਰਾਈ। ਇਹ ਮੁਗਦ ਮਨ ਆਪਦੀ ਮੰਨੀ ਬੈਠਾ ਸੀ। ਜੋ ਸੰਪਤ ਆਪਣੀ ਕਰਮਾਨੀ, ਸਿਨਮੇ ਪਈ ਖਿਨਵੇਂ ਕੌੜੇ ਹੋਏ, ਜਿਤਨੇ ਮਾਇਆ ਭੋਗ। ਅੱਬਾ ਫਰੀਦ ਜੀ ਦਾ ਸਲੋਕ ਲੈ ਲੈਣੇ ਆਪਾਂ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ, ਸਾਈਂ ਵਾਜੋਂ ਆਪਣੇ
ਵੇਦਨ ਕਹੀਏ ਕਿਸ, ਫਿਰ ਕਿਹਨੂੰ ਕਹੋਗੇ ਭਾਈ। ਜਿਹੜੇ ਸੰਸਾਰੀ ਰਿਸ਼ਤੇ ਸੀਗੇ ਉਹ ਤਾਂ ਸਾਰੇ ਜ਼ਹਿਰ ਬਣ ਗਏ। ਸੀਗੇ ਤਾਂ ਜ਼ਹਿਰ, ਪਰ ਸਾਨੂੰ ਮਿੱਠੇ ਲੱਗੇ ਸੀ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਨੇ, ਕਾਲ ਨੇ ਚਪੇੜ ਬਰਾਬਰ ਮਾਰਤੀ। ਫਿਰ ਸਾਡਾ ਸੰਸਾਰ 'ਤੇ ਆਉਣ ਦਾ ਕੀ ਫਾਇਦਾ ਹੈ। ਉਹੀ ਸਤਿਗੁਰਾਂ ਨੇ ਸਮਝਾਇਆ ਵੀ ਸਾਡਾ ਹਰ ਨਾ ਜੋੜੇ ਤੋਂ ਬਿਨਾਂ, ਹਰ ਦਰਸ਼ਨ ਤੋਂ ਬਿਨਾਂ ਸਾਡਾ ਜੀਵਨ ਐਵੇਂ ਹੀ ਚੱਲਿਆ ਗਿਆ। ਸੁੱਕੇ ਸਰਵਰ ਪਾਲ ਵਧਾਵੇ, ਵੱਟਾਂ ਕਰਦਾ ਹੈ। ਜਦੋਂ ਉਮਰ ਲੰਘ ਜਾਂਦੀ ਹੈ, ਮਾਇਆ ਇਕੱਠੀ ਕਰਦੇ, ਸਮਾਂ ਆਉਂਦਾ, ਫਿਰ ਇਹ ਜਿਵੇਂ ਕੋਈ ਸੁੱਕੇ ਸਰੋਵਰ ਦੇ ਆਲੇ ਦੁਆਲੇ ਬਾੜ ਕਰੇ, ਲੂਣੇ ਖੇਤ ਹੱਥ ਬਾਰ ਕਰੇ, ਜਿਹਦੇ ਵਿੱਚ ਕੁਛ ਨਾ ਹੋਵੇ, ਫਿਰ ਕਹਿੰਦਾ ਹੁਣ ਇਹਨੂੰ ਦੀਵਾਰ ਕਰ ਦਈਏ, ਆਪਾਂ ਕੋਈ ਲੈ ਨਾ ਜਾਵੇ। ਅਗਿਆਨੀ ਫਿਰ ਇਹ ਸਰੀਰ ਦੇ ਜਦੋਂ ਸਮਾਂ ਨਿਕਲ ਜਾਂਦਾ ਹੈ, ਫਿਰ ਇਹ ਧਰਮ ਦੀ ਆਸ ਕਰਦਾ ਵਾ। ਜਾਨੂੰ ਜੰਮ ਕਾਲ ਹੁਕਮ ਆਉਂਦਾ, ਜਿਹੜਾ ਦਾ ਸਾਰਾ ਕੁਛ ਇਕੱਠਾ ਕੀਤਾ ਹੁੰਦਾ, ਸਾਰਾ ਇੱਥੇ ਧਰਾ ਲੈਂਦੇ ਨੇ। ਧਰਮ ਕਰਮ ਜੋ ਪਖੰਡ ਜੋ ਦੀਸੇ, ਜੰਮ ਜਗਾਤੀ ਲੁੱਟੇ। ਜਿੰਨੇ ਵੀ ਧਰਮ ਕਰਮ ਕੀਤੇ ਨੇ ਸਾਰੇ ਉਹ ਪਖੰਡ ਕਰਦਾ ਆਇਆ ਮਨ ਆਪਣੀ ਸੋਚ ਨਾਲ, ਜੰਮ ਨੇ ਇੱਥੇ ਹੀ ਰਖਾ ਲਿਆ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਅੱਗੇ ਹਲੇ ਬੁੱਧੀ ਦੀ ਜਿਹੜੀ ਹੈਗੀ ਅਗਨੀ ਪ੍ਰੀਖਿਆ ਉਹ ਬਾਕੀ ਹੈ। ਜਿਹੜਾ ਇੱਥੇ ਰੱਖੀ ਬੈਠਾ ਸੀਗਾ ਉਹ ਸਾਰਾ ਇੱਥੇ ਰਖਾ ਲਿਆ। ਉਹੀ ਤਾਂ ਔਖੀ ਘੜੀ ਹੈ, ਮਾਇਆ ਦੀ ਔਖੀ ਘੜੀ ਗਾਉਂਦਾ ਰਿਹਾ। ਮਾਇਆ ਸਾਡੀ ਅਕਲ ਨਾਲ ਆਉਂਦੀ ਹੈ। ਜੇ ਸਾਡੀ ਅਕਲ ਨਾਲ ਮਾਇਆ ਆਉਂਦੀ ਹੋਵੇ ਤਾਂ ਫਿਰ ਤਾਂ ਸਾਰੇ ਅਮੀਰ ਹੋਣ ਭਾਈ, ਸਾਰੇ ਰਾਜੇ ਹੋਣ। ਜਿਸ ਧਨ ਤੇ ਚਾਰ ਕੋਂ ਟੁੱਟਤਾਵੇ, ਸੋ ਧਨ ਹਰ ਸੇਵਾ ਤੇ ਪਾ। ਉਹ ਵੀ ਹਰੀ ਦੀ ਕਿਰਪਾ ਹੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ ਜਿਹੜੇ ਅਸੀਂ ਭੱਜੇ ਫਿਰਦੇ ਹਾਂ, ਜੇ ਉਹਦੀ ਕਿਰਪਾ ਨਾ ਹੋਵੇ ਉਹ ਵੀ ਨਹੀਂ ਇਕੱਠਾ ਕਰ ਸਕਦੇ ਹੈਗੇ। ਉਹ ਸਰੀਰ ਕਰਕੇ ਉਹ ਦਿੱਤਾ ਹੀ ਆ ਉਹਨੇ। ਉਹੀ ਭਗਤ ਜੀ ਸਮਝਾਉਂਦੇ, ਆਇਓ ਚੋਰ ਤੁਰੰਤੇ ਲੈ ਗਿਓ, ਮੇਰੀ ਰਾਖਤ ਮੁਗਦ ਫਿਰੇ। ਕਹੇ ਜੀ ਅਵਸਥਾ ਆ ਗਈ। ਸਤਿਗੁਰ ਸਮਝਾਉਂਦੇ ਨੇ, ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਵਹੇ, ਜੇਵਾ ਬਚਨ ਸੁਧ ਨਹੀਂ ਨਿਕਸੇ, ਤਬ ਰੇ ਧਰਮ ਕੀ ਆਸ ਕਰੇ। ਕੀ ਸਮਝਾਉਂਦੇ ਭਗਤ ਜੀ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਵਹੇ, ਜੇਵਾ ਬਚਨ ਸੁਧ ਨਹੀਂ ਨਿਕਸੇ, ਤਬ ਰੇ ਧਰਮ ਕੀ ਆਸ ਕਰੇ। ਫਿਰ ਧਰਮ ਦੀ ਆਸ ਕਰਦਾ ਜੋ ਪਿੱਛੇ ਆਪਾਂ ਵਿਚਾਰਿਆ ਵਾ। ਬੋਲ ਨਹੀਂ ਹੁੰਦਾ, ਸਰੀਰ ਕੰਬਣ ਲੱਗ ਗਿਆ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ, ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਉਹੀ ਸਤਿਗੁਰਾਂ ਨੇ ਸਮਝਾਈਆਂ ਆਪਾਂ ਨੂੰ ਅਵਸਥਾ। ਜੇ ਆਪਾਂ ਬਚਣਾ ਵਾ ਤਾਂ ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਤਈਓ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਊਗਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੋਟੀ ਨਾਲ। ਜਿਹੜੇ ਗੁਰ ਸ਼ਬਦ ਦੀ ਕਮਾਈ ਕਰਨਗੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ, ਉਹਨਾਂ ਨੂੰ ਗਿਆਨ ਹੋਊਗਾ। ਗਿਆਨ ਤੋਂ ਬਾਅਦ ਹੀ ਧਿਆਨ ਲੱਗਣਾ। ਧਿਆਨ ਹੀ ਪ੍ਰਲੋਕ ਹੈ। ਦੋ ਹੀ ਤਾਂ ਲੋਕ ਨੇ, ਲੋਕ ਔਰ ਪ੍ਰਲੋਕ। ਪਰ ਸਾਡਾ ਤਾਂ ਕਾਲ ਤੋਂ ਖੜਾ ਨਹੀਂ ਛੁੱਟਿਆ, ਅਸੀਂ ਭਗਤ ਫਿਰ ਬਣੀ ਬੈਠੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ। ਸਤਿਗੁਰ ਸਮਝਾਉਂਦੇ ਆ, ਪਹਿਲਾਂ ਗੁਣ ਤੇਰੇ 'ਚ ਕੋਈ ਨਹੀਂ, ਭਗਤ ਤੂੰ ਫਿਰ ਬਣਿਆ ਬੈਠਾ। ਨਿਰਭਉ ਤੂੰ ਨਹੀਂ, ਭੈ ਤੋਂ ਰਹਿ ਤੂੰ ਨਹੀਂ ਹੈਗਾ। ਨਿਰਵੈਰ ਸੰਸਾਰ ਦਾ ਵੈਰ ਵਿਰੋਧ ਕਰੀ ਜਾਂਦਾ। ਕਾਲ ਤੋਂ ਮੁਕਤ ਨਹੀਂ, ਜੂਨੀਏ ਸਰੀਰ ਨਾਲ ਪ੍ਰੇਮ ਪਾਈ ਬੈਠੇ, ਛੱਡਣਾ ਪੈਣਾ ਇੱਕ ਦਿਨ। ਅੱਗੇ ਭਗਤ ਜੀ ਕੀ ਸਮਝਾਉਂਦੇ, ਹਰ ਜਿਉ ਕਿਰਪਾ ਕਰੇ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ, ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਦੇਖੋ ਭਗਤ ਜੀ ਨੇ ਉਹੀ ਸਮਝਾਇਆ ਆਪਾਂ ਨੂੰ। ਸਾਰੀ ਬਾਣੀ ਬਾਰ-ਬਾਰ ਸਮਝਾਉਂਦੀ ਆ, ਹਰੀ ਨਾਲ ਜੁੜੇ ਤੋਂ ਬਿਨਾਂ ਸਾਡਾ ਜੀਵਨ ਐਵੇਂ ਹੀ ਚੱਲਿਆ ਜਾਣਾ। ਆਪਾਂ ਕਿਰਪਾ ਲੈਣੀ ਆ ਉਹਦੀ। ਆਪਾਂ ਤਾਂ ਆਪ ਹੀ ਕਿਰਪਾ ਕਰਨ ਲੱਗੇ, ਆਪ ਹੀ ਵੱਡੇ ਬਣ ਗਏ। ਕਬੀਰ ਬਾਂਸ ਵਡਾਈ ਬੂਡਿਆਇਓ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਵਸੇ, ਬਾਂਸ ਸੁਗੰਧ ਨਾ ਹੋਏ। ਭਾਈ ਇਹ ਗਲਤੀ ਨਹੀਂ ਕਰਨੀ, ਵੱਡਾ ਬਣਦੀ। ਕਾਲ ਨੇ ਨਹੀਂ ਛੱਡਣਾ ਆਪਾਂ ਨੂੰ। ਗਰਭ ਗੰਜਣ ਦੁਸ਼ਟ ਪੰਜਨ, ਜਾਪ ਸਾਹਿਬ ਸਤਿਗੁਰਾਂ ਦੇ ਬਚਨ ਨੇ। ਗਰਭ ਤੇ ਹੰਕਾਰ ਤੇ ਮਾਰ ਪੈਣੀ ਹੈ, ਹੰਕਾਰ ਹੀ ਕਾਲ ਹੈ ਬਚੋ। ਆਓ ਸਾਰੇ ਮਿਲ ਕੇ ਜੋ ਭਗਤ ਜੀ ਸਮਝਾ ਰਹੇ ਨੇ, ਹਰ ਜੀਓ ਕਿਰਪਾ ਕਰੇ, ਉਹਦੀ ਕਿਰਪਾ ਲੈਣੀ ਆ। ਲਿਵ ਤੋਂ ਭਾਵ ਸਾਡਾ ਧਿਆਨ ਲੱਗੇ। ਧਿਆਨ ਕਿਵੇਂ ਲੱਗੂ? ਜੇ ਗਿਆਨ ਲਵਾਂਗੇ ਫੇਰ ਹੀ ਲੱਗਾਂਗੇ। ਲਾਹਾ ਕੀ ਹੈ? ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਰਨ ਫੁੱਫੜੇ, ਮੁੱਕਦੀ ਚੱਲੀ ਰਹਿਣ। ਜੀਵਨ ਤੇਰਾ ਭੱਜਿਆ ਜਾ ਰਿਹਾ। ਔਧ ਘਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾ ਸਵਾਰੇ। ਮਨਾ ਗੁਰ ਤੋਂ ਭਾਵ ਗੁਰ ਸ਼ਬਦ ਨਾਲ ਮਿਲ ਕੇ ਆਪਾਂ ਕਾਸ ਸਵਾਰ ਲਈ। ਜਿਹੜੇ ਕੰਮ ਕਾਰ ਕਰਦੇ ਆ ਉਹ ਸਰੀਰ ਨੂੰ ਤਾਂ ਕਰਨੇ ਹੀ ਨੇ, ਹੱਥ ਪਾਉ ਕਾਮ ਕਰ ਸਭ ਚੇਤਨ ਰੰਜਨ ਨਾਲ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਗੁਰ ਪ੍ਰਸਾਦੀ ਹਰ ਤਨ ਪਾਇਆ। ਗੁਰ ਪ੍ਰਸਾਦੀ ਤੋਂ ਭਾਵ ਗੁਰੂ ਦੇ ਗਿਆਨ ਦੀ ਦਾਤ। ਇਹੀ ਤਾਂ ਬਖਸ਼ਿਸ਼ ਲੈਣੀ ਆ, ਦਾਤ ਆ। ਸਾਨੂੰ ਸੁਮਤ ਬਖਸ਼ ਦੇ, ਸੁਬੁੱਧ ਬਖਸ਼ ਦੇ, ਜਿਹੜਾ ਸਾਡਾ ਸੰਸਾਰ ਤੋਂ ਛੁਟਕਾਰਾ ਹੋ ਜਾਵੇ। ਉਹੀ ਤਾਂ ਮੱਤ ਲੈਣੀ ਆ, ਆਪਦੀ ਮੱਤ ਆਪਾਂ ਛੱਡਣੀ ਆ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਣਾਵੈ ਡੂਬੇ ਸਿਆਣੇ।
ਦੇਖਦੇ ਹੀ ਹਾਂ ਸਾਰੇ ਡੁੱਬੇ ਪਏ ਨੇ, ਪਰ ਆਪਾਂ ਨਹੀਂ ਡੁੱਬਣਾ, ਆਪਾਂ ਗੁਰੂ ਦੇ ਚਰਨ ਫੜਨੇ ਆ। ਭਾਈ ਬਾਣੀ ਗੁਰ ਚਰਨ ਹੈ, ਇਹ 'ਚੋਂ ਗਿਆਨ ਪੈਦਾ ਹੋਣਾ। ਉਹੀ ਭਗਤ ਜੀ ਸਮਝਾ ਰਹੇ ਨੇ, ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚੱਲੇ, ਅਕਾਲ ਤੁਹਾਨੂੰ ਛੂਹ ਨਹੀਂ ਸਕਦਾ ਹੈਗਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਕਹਿਤ ਕਬੀਰ ਸੁਨੋ ਰੇ ਸੰਤੋ, ਅੰਤਨ ਕਛੁਓ ਲੈ ਨ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਜਾਂ ਮਾਇਆ ਦਾ ਮੰਦਰ ਕਲਪਨਕ ਅਸੀਂ ਬਾਹਰ ਬਣਾ ਲਿਆ, ਉਹ ਤਾਂ ਜੜ ਹੈ, ਫਿਰ ਛੱਡਣਾ ਪੈਂਦਾ ਜਦੋਂ ਹੁਕਮ ਆਉਂਦਾ। ਤਲਬ ਤੋਂ ਭਾਵ ਹੁਕਮ ਆਉਂਦਾ ਹੈ ਗੋਪਾਲ ਦਾ, ਕੁਦਰ ਦਾ ਹੁਕਮ, ਜੰਮਣਾ ਮਰਨਾ ਹੁਕਮ ਹੈ, ਜਾਣਾ ਹੀ ਪੈਂਦਾ ਵਾ। ਫਿਰ ਹੱਥਾਂ ਜੋੜੀ ਕਰਦਾ ਜੀਵ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲਈਏ, ਕਰੂੰ ਅਰਦਾਸ ਗਾਹੋਂ ਕਿਸ ਬਾਕੀ, ਲੇਹੂ ਨਵੇਰ ਆਜ ਕੀ ਰਾਤੇ। ਇਹ ਜਮੋ ਮੈਨੂੰ ਅੱਜ ਦੀ ਰਾਤ ਛੱਡ ਦਿਓ, ਮੈਂ ਗਾਉਂ ਦੇ ਵਿੱਚ ਕੋਈ ਦੇਣ ਲੈਣ ਆਪਦਾ ਜਿਹੜਾ ਹਿਸਾਬ ਕਿਤਾਬ ਨਵੇੜ ਲਾਂ, ਸਵੇਰੇ ਤੁਹਾਡੇ ਨਾਲ ਮੈਂ ਚੱਲੂੰਗਾ। ਹੱਥਾਂ ਜੋੜੀ ਕਰਦਾ ਵਾ। ਅੱਗੋਂ ਕੀ ਹੁਕਮ ਆਉਂਦਾ? ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਜਮ ਦੂਤ ਲੈਣਾ। ਕਿਆ ਤੂੰ ਖੱਟਿਆ ਕਹਾਂ ਗਵਾਇਆ, ਚੱਲ ਸਿਤਾਬ ਦੀਵਾਨ ਬੁਲਾਇਆ। ਕੀ ਖੱਟਿਆ ਤੈਂ ਭਾਈ, ਕੀ ਗਵਾਇਆ ਇੱਥੇ, ਤਾਂ ਉੱਥੇ ਕਰੀ ਗੱਲ ਆਪਦੀ। ਹੁਕਮ ਆਇਆ, ਤਿਆਰੀ ਕਰ ਆਪਦੀ। ਪਰ ਹੱਥਾਂ ਜੋੜੀ ਕਰਨ ਤੋਂ ਪਹਿਲਾਂ ਹੀ ਆਪਾਂ ਘਰ ਪਹੁੰਚੀਏ, ਗੁਰਪ੍ਰਸਾਦ ਲਈਏ, ਹਰ ਧਨ ਪਾਈਏ। ਜਿਨੀ ਨਾਮ ਧਿਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗਿਆਨ ਦੇ ਸ਼ਬਦ ਨਾਲ ਆਪਣਾ ਧਿਆਨ ਲੱਗਣਾ। ਇਹ ਧਿਆਨ ਨਹੀਂ ਜਾਣਾ, ਉੱਥੇ ਸਰੀਰ ਨੇ ਨਹੀਂ ਜਾਣਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਨਾ ਜਾਏ। ਉਹੀ ਤਾਂ ਹਰਦੁਆਰ ਹੈ। ਉਦੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਪਰ ਅਸੀਂ ਤਾਂ ਸਾਰਾ ਕੁਝ ਇੱਥੇ ਪ੍ਰਾਪਤ ਕਰੀ ਬੈਠੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ, ਬਾਲ ਜਵਾਨੀ ਔਰ ਫਿਰਦ ਪੁਨ, ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਆਨ। ਸਾਡਾ ਸੰਸਾਰ 'ਤੇ ਆਉਣਾ ਭਾਈ ਨਿਸਫਲ ਹੋ ਜਾਂਦਾ। ਆਓ ਸਾਰੇ ਮਿਲ ਕੇ ਸਤਿਗੁਰਾਂ ਦੀ ਕਿਰਪਾ ਰਹਿਮਤ ਲਈਏ, ਗੁਰਬਾਣੀ ਨਾਲ ਜੁੜੀਏ, ਆਪ ਸਮਝੀਏ, ਦੂਏ ਨੂੰ ਸਮਝਾਈਏ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਅਸੀਂ ਇਹ ਸੰਸਾਰ ਮਾਇਆ ਪਾਰ ਕਰਨੀ ਆ। ਮਨ ਰੇ ਹਉਮੈ ਮੋਹ ਦੁੱਖ ਭਾਰੀ, ਇਹ ਭਵ ਜਲ ਜਗਤ ਨ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਦੀ ਕਥਾ ਹੈ, ਹਰ ਦਾ ਗਿਆਨ ਆ, ਇਹ ਆਪਾਂ ਲੈਣਾ ਵਾ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ। ਸਾਡਾ ਵੀ ਸੰਸਾਰ 'ਚੋਂ ਖਹਿੜਾ ਸੁੱਟੇ, ਅਸੀਂ ਵੀ ਆਪਦਾ ਹਰ ਨਾਲ ਜੁੜੀਏ, ਹਰਿਦੁਆਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।